खेती ਨਾਲ ਸੰਬੰਧਿਤ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਪੇਸ਼ ਕੀਤੇ ਗਏ 3 ਆਰਡੀਨੈਂਸਾਂ ਨੂੰ ਲੈ ਕੇ ਇਸ ਵੇਲੇ ਪੰਜਾਬ 'ਚ ਮਾਹੌਲ ਗਰਮਾਇਆ ਹੋਇਆ ਹੈ। ਕਾਂਗਰਸ ਪਾਰਟੀ ਨੇ ਇਹਨਾਂ ਆਰਡੀਨੈਂਸਾਂ ਦਾ ਡਟ ਕੇ ਵਿਰੋਧ ਕੀਤਾ ਹੈ ਤੇ ਪੰਜਾਬ ਦੇ ਕਿਸਾਨਾਂ ਦੇ ਗੁੱਸੇ ਨੂੰ ਦੇਖਦੇ ਹੋਏ ਅਕਾਲੀ ਦਲ ਨੇ ਵੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਂ ਗਗਨਦੀਪ ਸਿੰਘ ਦ ਸਟੋਰੀ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਇਸੇ ਗਰਮਾਏ ਮਾਹੌਲ ਦੇ ਵਿੱਚ ਅਸੀਂ ਖੇਤੀ ਨਾਲ ਸੰਬੰਧਿਤ ਇੱਕ ਹੋਰ ਮਸਲੇ 'ਤੇ ਗੱਲ ਕਰਾਂਗੇ। ਪੂਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ। ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਵੱਲੋਂ ਜੂਨ 2018 ਵਿੱਚ ਇੱਕ ਕਿਸਾਨ ਨੀਤੀ ਦਾ ਖਰੜਾ ਤਿਆਰ ਕੀਤਾ ਗਿਆ ਸੀ। ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਇਹ ਖਰੜਾ ਪੰਜਾਬ ਲਈ ਅਤ ਲੋੜੀਂਦਾ ਹੈ। ਅਫਸੋਸ ਦੀ ਗੱਲ ਇਹ ਹੈ ਕਿ 2 ਸਾਲ ਤੋਂ ਵੱਧ ਦਾ ਸਮਾਂ ਬੀਤਣ ਤੋਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਇਸ ਨੀਤੀ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਨੀਤੀ ਦੇ ਮੁੱਖ ਬਿੰਦੂਆਂ 'ਤੇ ਝਾਤ ਮਾਰਨ ਤੋਂ ਪਹਿਲਾਂ ਅਸੀਂ ਪੰਜਾਬ ਦੇ ਉੱਘੇ ਅਰਥ ਸ਼ਾਸਤਰੀ ਡਾਕਟਰ ਸੁੱਚਾ ਸਿੰਘ ਕੋਲੋਂ ਇਸ ਨੀਤੀ ਦੀ ਪੰਜਾਬ ਲਈ ਅਹਿਮੀਅਤ ਬਾਰੇ ਜਾਣਕਾਰੀ ਲਈ। ਬਹੁਤ ਵੱਡੀ ਅਹਿਮੀਅਤ ਹੈ। ਹੁਣ ਅੱਜ ਦੀ ਆਰਡੀਨੈਂਸਾਂ ਦੀ ਲੜਾਈ ਹੈ ਉਹ ਪਾਲਿਸੀ ਕਰਕੇ ਹੀ ਹੈ ਨਾ, ਕਿ ਜਿਹੜੇ ਪ੍ਰੋਕਿਉਰਮੈਂਟ ਹੈ ਉਹ ਸਰਕਾਰ ਕਰੇਗੀ ਜਾਂ ਪ੍ਰਾਈਵੇਟ ਕਾਰਪੋਰੇਟਰ ਕਰਨਗੇ, ਇਹੀ ਹੈ ਨਾ। ਠੀਕ ਹੈ ਜੀ। ਫਿਰ ਇਸੇ ਤਰ੍ਹਾਂ 23 ਕਮੋਡਿਟੀ ਦੀ ਮਿਨੀਮਮ ਸਪੋਰਟ ਪ੍ਰਾਈਸ ਸੈਂਟਰਲ ਗਵਰਨਮੈਂਟ ਅਨਾਊਂਸ ਕਰਦੀ ਹੈ ਤੇ ਪ੍ਰੋਕਿਉਰ ਸਿਰਫ ਉਹ ਵੀਟ ਦੇ ਪੈਦੀ ਕਰਦੇ ਨੇ, ਬਾਕੀ 21 ਕਮੋਡਿਟੀ ਬਾਰੇ ਉਹ ਕੁਝ ਨਹੀਂ ਕਰਦੇ। ਸਟੇਟ ਗਵਰਨਮੈਂਟ ਨੂੰ ਪਾਲਿਸੀ ਬਣਾਉਣੀ ਚਾਹੀਦੀ ਹੈ ਵੀ ਜਿੱਥੇ ਸੈਂਟਰਲ ਗਵਰਨਮੈਂਟ ਪ੍ਰਾਈਸ ਅਨਾਊਂਸ ਕਰਕੇ ਕੁਝ ਨਹੀਂ ਕਰਦੀ, ਇਹਨਾਂ ਨੂੰ ਕੁਛ ਕਰਨਾ ਚਾਹੀਦਾ ਨਾ। ਜਿਵੇਂ ਹਿਮਾਚਲ 'ਚ ਹੈ, ਜਿਹੜੇ ਸੇਬ ਨੇ ਉਹ ਸਟੇਟ ਗਵਰਨਮੈਂਟ ਉਹਦੀ ਮਿਨੀਮਮ ਸਪੋਰਟ ਪ੍ਰਾਈਸ ਅਨਾਊਂਸ ਕਰਦੀ ਹੈ, ਔਰ ਜਦੋਂ ਸੇਬ ਨਹੀਂ ਉਦੋਂ ਘੱਟ ਭਾਅ ਦੇ ਚਲੇ ਜਾਂਦੇ ਨੇ। ਉਹ ਸਟੇਟ ਗਵਰਨਮੈਂਟ ਪ੍ਰੋਕਿਉਰ ਕਰਕੇ ਤੇ ਉਹਨਾਂ ਨੇ ਆਪਣੇ ਕਾਰਖਾਨੇ ਲਾਏ ਨੇ ਜਿਹਦੇ 'ਚ ਜੈਮ ਔਰ ਜੂਸ ਬਣਾ ਲੈਂਦੇ ਨੇ, ਉਹਦੀ ਮਾਰਕੀਟਿੰਗ ਕਰਦੇ ਨੇ। ਸਾਡੇ ਇੱਦਾਂ ਹੀ ਮੇਜ਼ ਹੈ, ਇਸ ਵਾਰੀ ਮੇਜ਼ ਜਿਹੜੀ ਆ 800 ਤੋਂ ਲੈ ਕੇ 1200 ਰੁਪਏ ਕੰਟਰੀ ਵਿਕੀ ਹੈ ਤੇ ਮਿਨੀਮਮ ਸਪੋਰਟ ਪ੍ਰਾਈਸ 1850 ਰੁਪਏ ਸੀਗੀ। ਸਟੇਟ ਗਵਰਨਮੈਂਟ ਨੇ ਕੁਛ ਨਹੀਂ ਕੀਤਾ। ਇਸੇ ਤਰ੍ਹਾਂ ਦਾਲਾਂ ਨੇ, ਆਇਲ ਸੀਡਸ ਹੈ, ਇਹ ਬਾਜਰਾ ਹੈ, ਜਵਾਰ ਹੈ, ਕਪਾਹ ਹੈ, ਇਹ ਕਾਫੀ ਕਈ ਕਮੋਡਿਟੀ ਨੇ ਜਿਹਨਾਂ ਦੀਆਂ ਮਿਨੀਮਮ ਸਪੋਰਟ ਪ੍ਰਾਈਸ ਬਣਦੀਆਂ ਨੇ ਤੇ ਸਟੇਟ ਨੂੰ ਕੋਈ ਇਹਦੇ 'ਤੇ ਫੈਸਲਾ। ਦੁੱਧ ਦੀ ਮਿਨੀਮਮ ਸਪੋਰਟ ਪ੍ਰਾਈਸ ਸਟੇਟ ਗਵਰਨਮੈਂਟ ਕਰਦੀ ਹੈ, ਗੰਨੇ ਦੀ ਸਟੇਟ ਗਵਰਨਮੈਂਟ ਕਰਦੀ ਹੈ ਤੇ ਇਹਨਾਂ ਨੂੰ ਇੱਕ ਕੰਪਰੀਹੈਂਸਿਵ ਪਾਲਿਸੀ ਤਾਂ ਬਣਾਉਣੀ ਚਾਹੀਦੀ ਹੈ ਨਾ। ਹੁਣ ਜ਼ਰੂਰਤ ਜ਼ਿਆਦਾ ਵੱਧ ਗਈ ਹੈ। ਇਸ ਖਰੜੇ ਮੁਤਾਬਕ ਇਹ ਨੀਤੀ ਖੇਤੀਬਾੜੀ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰੇਗੀ। ਇਸ ਦੇ ਵੱਖ-ਵੱਖ ਪਹਿਲੂ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ। ਖੇਤੀਬਾੜੀ, ਪਸ਼ੂ ਪਾਲਣ ਅਤੇ ਸਹਿਕਾਰਤਾ ਦੇ ਮੰਤਰਾਲਿਆਂ ਨੂੰ ਮਿਲਾ ਕੇ ਇੱਕ ਮੰਤਰਾਲਾ ਸਥਾਪਿਤ ਕਰਨਾ, ਕਿਸਾਨੀ ਨਾਲ ਸੰਬੰਧਿਤ ਸੇਵਾਵਾਂ ਨੂੰ 24 ਘੰਟੇ ਮੁਹੱਈਆ ਕਰਵਾਉਣਾ, ਕਿਸਾਨਾਂ ਨੂੰ ਸਿਹਤ ਸੇਵਾਵਾਂ ਉਚਿਤ ਦਰਾਂ 'ਤੇ ਮੁਹੱਈਆ ਕਰਵਾਉਣਾ, ਪੇਂਡੂ ਸਿੱਖਿਆ ਸੰਸਥਾਨਾਂ ਨੂੰ ਮਿਆਰੀ ਬਣਾਉਣਾ, ਮਾਸਿਕ ਪੈਨਸ਼ਨ ਵਿੱਚ ਵਾਧਾ ਕਰਨਾ, ਖੁਦਕੁਸ਼ੀਆਂ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਮੁਹੱਈਆ ਕਰਵਾਉਣਾ, ਜਨਮ ਅਤੇ ਵਿਆਹ 'ਤੇ ਹੁੰਦੇ ਬੇਲੋੜੇ ਖਰਚਿਆਂ ਨੂੰ ਘਟਾਉਣ ਲਈ ਮੁਹਿੰਮ ਚਲਾਉਣਾ, ਜ਼ਮੀਨ ਦੀ ਤਕਸੀਮ ਨੂੰ ਸੌਖਾ ਕਰਨਾ ਤੇ SDM ਅਤੇ ਤਹਿਸੀਲਦਾਰ ਨੂੰ ਜ਼ਿੰਮੇਵਾਰ ਠਹਿਰਾਉਣਾ, ਨਹਿਰੀ ਪਾਣੀ ਦੇ ਸਹੀ ਉਪਯੋਗ ਲਈ ਲੋੜੀਂਦੀ ਨੀਤੀ ਬਣਾਉਣੀ। ਇਸ ਨੀਤੀ ਦਾ ਇੱਕ ਅਹਿਮ ਬਿੰਦੂ ਜਿਸ ਨੂੰ ਕਿ ਮਾਹਿਰ ਮੰਨਦੇ ਹਨ ਕਿ ਇਹ ਬਿੰਦੂ ਇਸ ਨੀਤੀ ਨੂੰ ਲਾਗੂ ਕਰਨ ਦੇ ਰਾਹ ਵਿੱਚ ਅੜਿੱਕਾ ਹੈ, ਉਹ ਇਹ ਹੈ ਸ਼ੁਰੂਆਤ ਵਿੱਚ 4 ਹੈਕਟੇਅਰ ਮਤਲਬ ਲਗਭਗ 10 ਏਕੜ ਜਾਂ ਇਸ ਤੋਂ ਵੱਧ ਜ਼ਮੀਨ ਵਾਲੇ ਮਾਲਕਾਂ ਲਈ 100 ਰੁਪਏ ਪ੍ਰਤੀ ਹਾਰਸ ਪਾਵਰ ਪ੍ਰਤੀ ਮਹੀਨਾ ਦੀ ਦਰ 'ਤੇ ਇੱਕ ਫਲੈਟ ਰੇਟ ਲਾਗੂ ਕਰਨਾ, ਮਤਲਬ 10 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਲਈ ਮੋਟਰਾਂ ਦੇ ਬਿੱਲ ਲਗਾਉਣਾ। ਇਸ ਨੀਤੀ ਮੁਤਾਬਕ ਇਸ ਰਕਮ ਨੂੰ ਛੋਟੇ, ਸੀਮਤ ਅਤੇ ਬੇਜ਼ਮੀਨੇ ਕਿਸਾਨਾਂ ਦੀ ਭਲਾਈ ਲਈ ਵਰਤਿਆ ਜਾਵੇਗਾ। ਇਸ ਨੀਤੀ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੇ ਸੁਝਾਅ ਪੇਸ਼ ਕੀਤੇ ਗਏ ਹਨ ਜੋ ਕਿ ਕਿਸਾਨਾਂ ਲਈ ਲਾਹੇਵੰਦ ਹੋ ਸਕਦੇ ਹਨ, ਪਰ ਅਫਸੋਸ 2 ਸਾਲ ਤੋਂ ਵੱਧ ਦਾ ਸਮਾਂ ਬੀਤਣ ਤੋਂ ਬਾਅਦ ਵੀ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਇਸ 'ਤੇ ਅਗਾਊਂ ਜਾਣਕਾਰੀ ਲਈ ਅਸੀਂ ਗੱਲ ਕੀਤੀ ਅੰਜੂ ਅਗਨੀਹੋਤਰੀ ਨਾਲ, ਜੋ ਕਿ ਇੰਡੀਅਨ ਐਕਸਪ੍ਰੈਸ ਵਿੱਚ ਖੇਤੀ ਮਸਲਿਆਂ 'ਤੇ ਲਿਖਦੇ ਰਹਿੰਦੇ ਹਨ। ਪੰਜਾਬ ਜੋ ਕਿ ਭਾਰਤ ਦੀ ਗ੍ਰੈਨਰੀ ਹੋਣ ਦੇ ਨਾਲ ਨਾਲ ਇੱਕ ਐਗਰੇਰੀਅਨ ਸਟੇਟ ਹੈ, ਯਾਨੀ ਕਿ ਖੇਤੀਬਾੜੀ ਪ੍ਰਧਾਨ ਸੂਬਾ ਹੈ ਤੇ ਇੱਥੇ ਤਕਰੀਬਨ 12 ਲੱਖ ਪਰਿਵਾਰ ਸਿੱਧੇ ਤੌਰ 'ਤੇ
ਕਿਸਾਨੀ ਦੇ ਨਾਲ ਜੁੜੇ ਹੋਏ ਆ, ਜਿਨ੍ਹਾਂ ਦੀ ਸੰਖਿਆ ਹੁਣ ਤੱਕ ਤਕਰੀਬਨ 20 ਲੱਖ ਦੇ ਕਰੀਬ ਹੀ ਪਹੁੰਚ ਚੁੱਕੀ ਹੈ। ਤੇ ਇਸ ਤਰ੍ਹਾਂ ਦੇ ਖੇਤੀ ਪ੍ਰਧਾਨ ਸਟੇਟ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉੱਥੇ ਦੇ ਕਿਸਾਨਾਂ ਲਈ ਇੱਕ ਪਾਲਿਸੀ ਲੈ ਕੇ ਆਈਏ, ਕਿਉਂਕਿ ਤਕਰੀਬਨ 1/3 ਪਾਪੂਲੇਸ਼ਨ ਜਿਹੜੀ ਹੈ ਜਿੱਥੇ ਖੇਤੀਬਾੜੀ ਦੇ ਨਾਲ ਜੁੜੀ ਹੈ, ਅਤੇ ਉੱਥੇ ਇੱਦਾਂ ਦੀ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ। ਅਤੇ ਇਸ ਵੱਲ ਨੂੰ ਤੁਰਦੇ ਹੋਏ ਹੀ ਜਦੋਂ ਇਹ ਸਰਕਾਰ 2017 ਦੇ ਵਿੱਚ ਪਾਵਰ ਦੇ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਅਤੇ ਉਹਨਾਂ ਨੇ ਇਹ ਜਿਹੜਾ ਰਿਸਪੋਂਸੀਬਿਲਿਟੀ ਪੰਜਾਬ ਫਾਰਮਰ ਪਾਲਿਸੀ ਦੀ ਜਿਹੜੀ ਬਣਾਉਣ ਦੀ ਜਿਹੜੀ ਰਿਸਪੋਂਸੀਬਿਲਿਟੀ ਉਹ ਪੰਜਾਬ ਸਟੇਟ ਫਾਰਮਰਸ ਐਂਡ ਫਾਰਮ ਵਰਕਰਸ ਕਮਿਸ਼ਨ ਨੂੰ ਦਿੱਤੀ, ਜਿਨ੍ਹਾਂ ਨੇ ਕਿ ਇੱਕ ਪਾਲਿਸੀ ਬਣਾਈ, ਪਾਲਿਸੀ ਦਾ ਡਰਾਫਟ ਤਿਆਰ ਕੀਤਾ, ਜੋ ਕਿ ਜੂਨ 2018 ਦੇ ਵਿੱਚ ਪਬਲਿਕ ਡੋਮੇਨ ਦੇ ਵਿੱਚ ਲਿਆਇਆ ਗਿਆ। ਅਤੇ ਉਹਨੂੰ ਕਾਫੀ ਜਗ੍ਹਾ ਕਾਫੀ ਡਿਪਾਰਟਮੈਂਟਸ ਕੋਲ ਭੇਜਿਆ ਗਿਆ ਸੁਜੈਸ਼ਨ ਮੰਗਣ ਲਈ ਕਿ ਵੀ ਇਹਦੇ 'ਚ ਹੋਰ ਕੀ ਇਹਦੇ 'ਚ ਅਸੀਂ ਇਨਕਲੂਡ ਕਰ ਸਕਦੇ ਹਾਂ, ਕਿਉਂਕਿ ਮੇਨ ਜਿਹੜਾ ਇਹਦਾ ਪਰਪਸ ਸੀ ਉਹ ਇਹੀ ਸੀ ਕਿ ਜਿਹੜੀ ਡਿਸਟ੍ਰੈਸ ਫਾਰਮਿੰਗ ਹੈ ਉਹਨੂੰ ਕਿਸ ਤਰ੍ਹਾਂ ਅਸੀਂ ਇਸ ਕ੍ਰਾਈਸਿਸ ਤੋਂ ਬਾਹਰ ਲੈ ਕੇ ਆਉਣਾ, ਕਿਸ ਤਰ੍ਹਾਂ ਅਸੀਂ ਕਿਸਾਨਾਂ ਦੀ ਜਿਹੜੀ ਇਨਕਮ ਹੈ ਉਹ ਵਧਾਉਣੀ ਹੈਗੀ ਹੈ। ਹੋਰ ਤਾਂ ਹੋਰ ਉਸ ਟਾਈਮ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਹੈ ਵੱਡੀਆਂ ਕਲਾਸਾਂ ਦੇ, ਉਹਨਾਂ ਤੋਂ ਵੀ ਸੁਜੈਸ਼ਨਾਂ ਮੰਗੀਆਂ ਗਈਆਂ, ਕਿਉਂਕਿ ਉਹਨਾਂ ਬੱਚਿਆਂ 'ਚੋਂ ਕਾਫੀ ਸਾਰੇ ਬੱਚੇ ਉਹ ਬੱਚੇ ਨੇ ਜਿਹੜੇ ਕਿ ਸਮੋਲ ਅਤੇ ਮਾਰਜਨਲ ਫਾਰਮਰਸ ਦੇ ਬੱਚੇ ਨੇ ਜਾਂ ਖੇਤ ਮਜ਼ਦੂਰਾਂ ਦੇ ਬੱਚੇ ਨੇ, ਅਤੇ ਉਹ ਕੀ ਪ੍ਰੈਕਟੀਕਲ ਰੂਪ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਪ੍ਰੋਬਲਮਸ ਦੇਖਦੇ ਆ, ਵੀ ਉਸ ਹਿਸਾਬ ਦੇ ਨਾਲ ਉਹ ਵੀ ਸਰਕਾਰ ਨੂੰ ਕੁਛ ਨਾ ਕੁਛ ਸੁਜੈਸ਼ਨ ਦੇਣ, ਇਸ ਕਰਕੇ ਉਹਨਾਂ ਤੋਂ ਵੀ ਸੁਜੈਸ਼ਨ ਮੰਗੀਆਂ ਗਈਆਂ। ਪਰ ਹੁਣ ਜਿਸ ਤਰ੍ਹਾਂ 2 ਸਾਲ ਹੋ ਚੁੱਕੇ ਨੇ ਪਬਲਿਕ ਡੋਮੇਨ ਦੇ ਵਿੱਚ ਆਏ ਨੂੰ, ਹੁਣ ਤੱਕ ਵੀ ਇਹ ਪਾਲਿਸੀ ਜਿਹੜੀ ਹੈ ਇਹ ਪ੍ਰੈਕਟੀਕਲ ਫਾਰਮ ਦੇ ਵਿੱਚ ਪੰਜਾਬ ਦੇ ਵਿੱਚ ਲਾਗੂ ਨਹੀਂ ਹੋ ਸਕੀ, ਕਿਉਂਕਿ ਇਹਦੀ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੋਈ, ਅਤੇ ਕਰੰਟਲੀ ਇਹਦਾ ਕੀ ਸਟੇਟਸ ਹੈ ਉਹਦੇ ਬਾਰੇ ਵੀ ਅਜੇ ਕੁਛ ਨਹੀਂ ਪਤਾ ਹੈ। ਅਤੇ ਅਸੀਂ ਸੂਬਾ ਪ੍ਰਧਾਨ ਸਟੇਟ ਹੋਣ ਦੇ ਬਾਵਜੂਦ ਅਸੀਂ ਪਹਿਲੇ ਹੀ ਬਹੁਤ ਲੇਟ ਹੈਗੇ ਹਾਂ ਇੱਦਾਂ ਦੀ ਪਾਲਿਸੀ ਲੈ ਕੇ ਆਉਣ ਲਈ, ਅਤੇ ਹੁਣ ਸਾਨੂੰ ਫਰਦਰ ਡਿਲੇ ਨਹੀਂ ਕਰਨਾ ਚਾਹੀਦਾ। ਉਸ ਟਾਈਮ 'ਤੇ ਜਦੋਂ ਇਹ ਪਾਲਿਸੀ ਆਈ ਸੀ ਅਤੇ ਕੁਛ ਮਾਹਿਰਾਂ ਨੇ ਇਹ ਵੀ ਕਿਹਾ ਸੀਗਾ ਕਿ ਇਹ ਪਾਲਿਸੀ ਦੇ ਵਿੱਚ ਕਾਫੀ ਖਾਮੀਆਂ ਹੈ, ਜਿਸ ਤਰ੍ਹਾਂ ਕਿ ਇਹਦੇ ਵਿੱਚ ਇਹ ਤਾਂ ਕਿਹਾ ਗਿਆ ਹੈ ਕਿ ਅਸੀਂ ਕਿਸਾਨਾਂ ਦੀ ਹਾਲਤ ਸੁਧਾਰਨੀ ਹੈ, ਲੇਕਿਨ ਸਰਕਾਰ ਦੇ ਉੱਤੇ ਕੋਈ ਵੀ ਫਾਈਨੈਂਸ਼ੀਅਲ ਬਰਡਨ ਜਿਹੜੇ ਅਜੇ ਇਹਦੇ 'ਤੇ ਨਹੀਂ ਦਰਸਾਇਆ ਗਿਆ ਸੀਗਾ, ਮੇਜਰ ਫਾਈਨੈਂਸ਼ੀਅਲ ਬਰਡਨ। ਅਤੇ ਦੂਸਰਾ ਇਹ ਕਿਹਾ ਗਿਆ ਸੀਗਾ ਜਿਹੜੇ ਕਿ ਆਫੀਸ਼ੀਅਲਸ ਹੈ ਵੀ ਅਗਰ ਉਹ ਸੈਂਸਿਟਿਵ ਹੋ ਜਾਣ ਫਾਰਮਿੰਗ ਦੇ ਪ੍ਰਤੀ, ਅਤੇ ਬਹੁਤ ਸਾਰੀਆਂ ਇੰਪਰੂਵਮੈਂਟਸ ਜਿਹੜੀਆਂ ਆਟੋਮੈਟਿਕਲੀ ਹੋ ਜਾਣੀਆਂ। ਇੱਕ ਜਿਹੜੀ ਵੱਡੀ ਗੱਲ ਚੰਗੀ ਇਹਦੇ ਵਿੱਚ ਸੀਗੀ ਉਹ ਇਹ ਸੀ ਕਿ ਵੀ ਵੱਡੇ ਕਿਸਾਨਾਂ ਦੀ ਜਿਹੜੀ ਪਾਵਰ ਸਬਸਿਡੀ ਖਤਮ ਕਰਨ ਦੀ ਗੱਲ ਕਰਦੀ ਹੈ, ਜਿਹੜੀ ਕਿ ਕਾਫੀ ਚੰਗੀ ਗੱਲ ਸੀਗੀ, ਲੇਕਿਨ ਇਸ ਦੇ ਨਾਲ ਜਿਹੜਾ ਉਹ ਕਹਿੰਦੇ ਆ ਵੀ ਆਪਣੇ ਆਪ ਹੀ ਆਟੋਮੈਟਿਕਲੀ ਇੰਪਰੂਵਮੈਂਟ ਹੋ ਜਾਣੀ ਹੈ, ਉਹ ਕਿਸ ਤਰ੍ਹਾਂ ਹੋ ਸਕਦੀਆਂ ਨੇ। ਜਦੋਂ ਅਸੀਂ ਖੇਤੀਬਾੜੀ ਵਿਭਾਗ ਦੀ ਵੀ ਗੱਲ ਕਰੀਏ ਪੰਜਾਬ ਦੀ, ਅਤੇ ਉੱਥੇ ਮੋਰ ਦੈਨ 50% ਸਟਾਫ ਜਿਹੜਾ ਹੈ ਉਹਦੀਆਂ ਵੈਕੈਂਸੀਆਂ ਪਈਆਂ ਹੋਈਆਂ। ਜਦੋਂ ਸਾਡੇ ਕੋਲ ਫੀਲਡ ਆਫਿਸਰ ਹੀ ਨਹੀਂ ਹੈ, ਐਗਰੀਕਲਚਰ ਡਿਵੈਲਪਮੈਂਟ ਆਫਿਸਰ ਹੀ ਨਹੀਂ ਹੈਗੇ ਆ, ਟੈਕਨੋਕਰੇਟਸ ਹੀ ਨਹੀਂ ਹੈਗੇ ਆ, ਅਤੇ ਕੌਣ ਕਿਸਾਨਾਂ ਨੂੰ ਜਾ ਕੇ ਇਹ ਗਾਈਡ ਕਰੇਗਾ ਕਿ ਜੀ ਤੁਸੀਂ ਕਿਹੜੀ ਇਨਪੁਟ ਵਿੱਚ ਪਾਣੀ ਹੈ ਅਤੇ ਕਿੱਦਾਂ ਤੁਸੀਂ ਆਪਣੀ ਆਊਟਪੁੱਟ ਯਾਨੀ ਕਿ ਪ੍ਰੋਡਕਸ਼ਨ ਵਧਾਉਣੀ ਹੈ। ਜਦੋਂ ਇੱਦਾਂ ਦੇ ਹਾਲਾਤ ਹੈ ਅਤੇ ਕਿਸਾਨ ਜ਼ਿਆਦਾਤਰ ਕਿਤੇ 'ਤੇ ਡਿਪੈਂਡ ਹੁੰਦੇ ਨੇ, ਉਹ ਜਾਂ ਤਾਂ ਫਰਟੀਲਾਈਜ਼ਰ ਜਾਂ ਪੈਸਟੀਸਾਈਡ ਡੀਲਰਸ ਕੋਲ ਚਲੇ ਜਾਂਦੇ ਆ, ਉਹ ਜੋ ਕੁਛ ਉਹਨਾਂ ਨੂੰ ਦੱਸ ਦਿੰਦੇ ਆ ਉਹੀ ਉਹ ਪਾ ਦਿੰਦੇ ਹੈਗੇ ਆ ਆਪਣੇ ਖੇਤਾਂ ਦੇ ਵਿੱਚ, ਅਤੇ ਨੈਚੁਰਲੀ ਉਹਨਾਂ ਨੇ ਤਾਂ ਆਪਣਾ ਸਮਾਨ ਵੇਚਣਾ ਹੀ ਹੈਗਾ, ਅਤੇ ਜਿੱਥੇ ਨਹੀਂ ਵੀ ਲੋੜ ਹੈ ਉੱਥੇ ਵੀ ਕਿਸਾਨਾਂ ਤੋਂ ਉਹ ਚੀਜ਼ਾਂ ਪਾਈ ਜਾ ਰਹੀਆਂ। ਇਸ ਕਰਕੇ ਉਹਨਾਂ ਦੀ ਇਨਪੁਟ ਕਾਸਟ ਜਿਹੜੀ ਹੈ ਬਹੁਤ ਵੱਧ ਜਾਂਦੀ ਹੈ, ਅਤੇ ਜੇ ਉਹਨਾਂ ਦੀ ਪ੍ਰੋਡਕਸ਼ਨ ਵੀ ਵਧਦੀ ਹੈ ਅਤੇ ਉਹਨਾਂ ਨੂੰ ਪ੍ਰੋਫਿਟ ਮਾਰਜਿਨ ਨਹੀਂ ਮਿਲ ਪਾਉਂਦਾ। ਅਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਪੰਜਾਬ ਸਰਕਾਰ ਨੂੰ ਬਹੁਤ ਸੀਰੀਅਸ ਤਰੀਕੇ ਨਾਲ ਇਸ ਗੱਲ ਨੂੰ ਜਿਹੜਾ ਹੈ ਉਹ ਦੇਖਣਾ ਚਾਹੀਦਾ, ਅਤੇ ਛੇਤੀ ਤੋਂ ਛੇਤੀ ਜਿਹੜੀ ਹੈ ਇਹ ਪਾਲਿਸੀ ਜਿਹੜੀ ਹੈ ਸਾਡੇ ਸਾਹਮਣੇ ਲੈ ਕੇ ਆਉਣੀ ਚਾਹੀਦੀ ਹੈ। ਇਸ ਨੀਤੀ ਦੇ ਲਾਗੂ ਨਾ ਹੋਣ ਦੇ ਕਾਰਨਾਂ ਨੂੰ ਜਾਣਨ ਲਈ ਅਸੀਂ ਇਸ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ ਨਾਲ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਾਰ-ਵਾਰ ਯਤਨ ਕਰਨ ਤੋਂ ਬਾਅਦ ਵੀ ਸੰਪਰਕ ਸਥਾਪਿਤ ਨਹੀਂ ਹੋ ਸਕਿਆ। ਖੇਤੀ ਨਾਲ ਸੰਬੰਧਿਤ 3 ਆਰਡੀਨੈਂਸ ਤਾਂ ਕੇਂਦਰ ਦੀ ਬੀਜੇਪੀ ਸਰਕਾਰ ਨੇ ਪੇਸ਼ ਕੀਤੇ ਸਨ, ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸ ਦਾ ਵਿਰੋਧ ਕੀਤਾ, ਪਰ ਇਸ ਨੀਤੀ ਨੂੰ ਲਾਗੂ ਕਰਨਾ ਤਾਂ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਦੇ ਅੰਦਰ ਹੁੰਦਾ ਹੈ, ਪਰ ਪੰਜਾਬ ਸਰਕਾਰ ਇਸ ਨੂੰ ਲਾਗੂ ਕਰਨ ਵਿੱਚ ਫੇਲ ਸਾਬਤ ਹੋਈ।